ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਜਿਹੜੇ ਲੋਕ ਖਾਸ ਕਰਕੇ ਇੰਤਜ਼ਾਰ ਕਰ ਰਹੇ ਨੇ ਔਰ ਬਾਰ-ਬਾਰ ਇਹ ਸਿਫਾਰਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਤੇ ਨਾ ਕਿਤੇ ਟਰੈਵਲ ਜਿਹੜਾ ਖੁੱਲ ਜਾਣਾ ਚਾਹੀਦਾ ਹੈ, ਕੌਮਾਂਤਰੀ ਯਾਤਰੀਆਂ ਨੂੰ ਜਿਹੜੀ ਅਥਾਰਟੀ ਮਿਲ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਬਾਰਡਰ ਹੈ ਉਹ ਵੀ ਖੁੱਲ ਜਾਣੇ ਚਾਹੀਦੇ ਨੇ। ਸੋ ਇਹਨਾਂ तमाम ਗੱਲਾਂ ਦੇ ਉੱਤੇ ਜਿਹੜੀ ਹੈ ਜ਼ਿਕਰ ਕੀਤਾ ਜਾ ਰਿਹਾ ਔਰ ਮੰਗ ਕੀਤੀ ਜਾ ਰਹੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਯਾਤਰਾ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾਣੀ ਚਾਹੀਦੀ। ਪਰ ਅਜਿਹੀਆਂ ਯਾਤਰਾ ਪਾਬੰਦੀਆਂ ਦੇ ਲਈ ਫੈਡਰਲ ਸਰਕਾਰ ਦਾ ਕੀ ਕਹਿਣਾ ਹੈ, ਖਾਸ ਕਰਕੇ ਕੈਨੇਡਾ ਅਮਰੀਕਾ ਜਾਣ ਦੇ ਜਿਹੜੇ ਲੋਕ ਉਤਸੁਕ ਨੇ, ਜਿਹੜੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਕੀ ਕੁਝ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਵਿਸਥਾਰ ਦੇ ਨਾਲ ਇਸ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਸਾਬਕਾ ਰਿਹਾਇਸ਼ੀ ਸਕੂਲਾਂ 'ਚ ਖੋਜ ਕਰਨ ਦੇ ਲਈ ਗੋ ਫੰਡ ਮੀ ਪੇਜ ਦੇ ਵੱਲੋਂ ਕੀਤੇ ਜਾ ਰਹੇ ਫੰਡ 'ਚ ਹੋਇਆ ਵਾਧਾ। ਇੱਕ ਹਫ਼ਤੇ ਦੇ ਅੰਦਰ ਫੰਡ ਦੀ ਰਕਮ ਵੱਧ ਕੇ ਹੋਈ 1,34,000। ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਆਫ ਕੈਨੇਡਾ ਅਮਰੀਕਾ ਸਰਹੱਦ ਖੋਲ੍ਹਣ ਦੇ ਰਿਹਾ ਹੈ ਜ਼ੋਰ। ਕਾਰੋਬਾਰਾਂ ਨੂੰ ਚੱਲਦਾ ਰੱਖਣ ਲਈ ਸਰਕਾਰ ਨੂੰ ਜਲਦੀ ਖੋਲ੍ਹਣੀ ਪਵੇਗੀ ਸਰਹੱਦ। ਅਮਰੀਕਾ ਨੇ ਕਈ ਦੇਸ਼ਾਂ ਦੇ ਲਈ ਯਾਤਰਾ ਸਿਫਾਰਸ਼ਾਂ ਕੀਤੀਆਂ ਸੌਖੀਆਂ। ਕੈਨੇਡਾ ਵੀ ਇਸ ਦੇ ਵਿੱਚ ਸ਼ਾਮਿਲ। ਓਲੰਪਿਕ ਤੋਂ ਪਹਿਲਾਂ 110 ਤੋਂ ਵੱਧ ਦੇਸ਼ਾਂ ਦੀਆਂ ਯਾਤਰਾ 'ਚ ਕੀਤੀ ਸੌਖ। ਖਬਰਾਂ ਵਿਸਥਾਰ ਦੇ ਨਾਲ। ਪੁਰਾਣੇ ਰਿਹਾਇਸ਼ੀ ਸਕੂਲਾਂ ਦੇ ਵਿੱਚ ਖੋਜ ਕਰਨ ਦੇ ਲਈ ਹੁਣ ਸਿਰਫ ਸਰਕਾਰ ਦੇ ਭਰੋਸੇ ਨਹੀਂ ਰਿਹਾ ਜਾ ਸਕਦਾ। ਇਹ ਕਹਿਣਾ ਹੈ ਫੰਡਰੇਜ਼ਰ ਪ੍ਰਬੰਧਕਾਂ ਦਾ। ਜੀ ਹਾਂ, ਗੋ ਫੰਡ ਮੀ ਪੇਜ ਦੇ ਵੱਲੋਂ ਵੈਨਕੂਵਰ ਆਈਲੈਂਡ ਤੇ ਰਿਹਾਇਸ਼ੀ ਸਕੂਲਾਂ ਦੀਆਂ ਪੁਰਾਣੀਆਂ ਇਮਾਰਤਾਂ ਦੀ ਭਾਲ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਹਫ਼ਤੇ ਦੇ ਵਿੱਚ ਫੰਡ ਇਕੱਠਾ ਜਿਹੜਾ ਉਹ ਕਰ ਲਿਆ ਗਿਆ ਹੈ। ਦਰਅਸਲ ਕੈਮਲੂਪਸ ਦੇ ਪੁਰਾਣੇ ਰਿਹਾਇਸ਼ੀ ਸਕੂਲਾਂ ਦੇ ਵਿੱਚ ਖੋਜ ਕਰਨ ਦੀ ਮੰਗ ਜਿਹੜੀ ਹੈ ਉਹ ਕਾਫੀ ਵੱਧ ਰਹੀ ਸੀ, ਜਿਸ ਕਰਕੇ ਫੰਡ ਇਕੱਤਰ ਕੀਤਾ ਜਾ ਰਿਹਾ ਹੈ। ਇੱਕ ਫੰਡਰੇਜ਼ਰ ਨੇ ਵੈਨਕੂਵਰ ਆਈਲੈਂਡ ਦੇ ਰਿਹਾਇਸ਼ੀ ਸਕੂਲਾਂ ਦੇ ਇੱਕ ਪੁਰਾਣੇ ਗਰਾਊਂਡ ਦੇ ਵਿੱਚੋਂ ਵਧੇਰੇ ਖੋਜਾਂ ਦੇ ਵਿੱਚ ਸਹਾਇਤਾ ਲਈ ਪੈਸੇ ਇਕੱਠੇ ਕਰਨ ਦੇ ਲਈ ਸ਼ੁਰੂ ਕੀਤੇ ਟੀਚੇ ਨੂੰ ਪਾਰ ਕਰ ਲਿਆ ਹੈ। ਮੰਗਲਵਾਰ ਸਵੇਰ ਤੱਕ ਗੋ ਫੰਡ ਮੀ ਪੇਜ ਦੇ ਵੱਲੋਂ ਇੱਕ ਹਫ਼ਤਾ ਪਹਿਲਾਂ ਲਾਂਚ ਕੀਤੀ ਰਕਮ ਸੀ 25,000, ਜੋ ਵੱਧ ਕੇ $1,34,000 ਤੋਂ ਵੱਧ ਹੋ ਗਈ ਹੈ। ਇਸ ਦਾ ਮਕਸਦ ਹੈ ਕੈਮਲੂਪਸ ਦੇ ਵਿੱਚ ਉਸੇ ਜ਼ਮੀਨ ਪ੍ਰਵੇਸ਼ ਕਰਨ ਵਾਲੇ ਰਡਾਰ ਦੇ ਫੰਡ ਲਈ ਇਸਤੇਮਾਲ ਕਰਨਾ ਜਿੱਥੇ ਮਈ ਦੇ ਵਿੱਚ 215 ਮੂਲਵਾਸੀ ਬੱਚਿਆਂ ਦੇ ਪਿੰਜਰ ਇੱਕ ਮੈਦਾਨ ਦੇ ਵਿੱਚੋਂ ਮਿਲੇ ਸਨ। ਜਿਹੜੀਆਂ ਸਾਈਟਾਂ ਦੇ ਲਈ ਪੈਸੇ ਦੀ ਵਰਤੋਂ ਕੀਤੀ ਜਾਣੀ ਹੈ ਉਹਨਾਂ ਦੇ ਵਿੱਚ ਕਿਊਪਰ ਆਈਲੈਂਡ ਰੈਜ਼ੀਡੈਂਸ਼ੀਅਲ ਸਕੂਲ ਔਨ ਪੈਨਾਲੂਕੇਟ ਆਈਲੈਂਡ, ਸੈਂਟ ਮਾਈਕਲ ਰੈਜ਼ੀਡੈਂਸ਼ੀਅਲ ਸਕੂਲ ਇਨ ਐਲਟ ਬੇ, ਕ੍ਰਿਸਟੀ ਕਲੇਓਕਾਟ ਕਾਵਾਸੀ ਸਕੂਲ ਇਨ ਟੈਫਿਨੋ, ਐਲਬਰਨੀ ਰੈਜ਼ੀਡੈਂਸ਼ੀਅਲ ਸਕੂਲ ਇਨ ਪੋਰਟ ਐਲਬਰਨੀ ਤੇ ਅਹੋਜੇ ਰੈਜ਼ੀਡੈਂਸ਼ੀਅਲ ਸਕੂਲ ਔਨ ਅਹੋਜਟ ਆਈਲੈਂਡ ਤੇ ਸਥਿਤ ਨੇ। ਫੈਡਰਲ ਸਰਕਾਰ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਦੇਸ਼ ਭਰ ਦੇ ਵਿੱਚ ਪਹਿਲੇ ਰਾਸ਼ਟਰ ਨੂੰ ਸੂਚਿਤ ਕਰ ਰਹੀ ਸੀ ਕਿ ਕੈਮਲੂਪਸ ਦੇ ਵਿੱਚ ਹੋਈ ਖੋਜ ਦੇ ਮੱਦੇਨਜ਼ਰ ਉਹ ਹੋਰ ਸਾਬਕਾ ਸਾਈਟਾਂ ਦੀ ਭਾਲ ਦੇ ਵਿੱਚ ਸਹਾਇਤਾ ਲਈ ਫੰਡਾਂ ਤੱਕ ਕਿਵੇਂ ਪਹੁੰਚ ਕਰ ਸਕਦੇ ਨੇ। ਹਾਲਾਂਕਿ ਗੋ ਫੰਡ ਮੀ ਪੇਜ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਦੁਖਦਾਈ ਘਟਨਾ ਦੇ ਨਾਲ ਸਾਡੀ ਭਾਵਨਾਤਮਕ ਨੇੜਤਾ ਬਾਰੇ ਵਿਚਾਰ ਵਟਾਂਦਰੇ ਕੀਤੇ ਨੇ ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਲਿਖਿਆ ਕਿ ਅਸੀਂ ਪਹਿਲ ਕਰਨ ਤੇ ਹੁਣ ਸਰਕਾਰ ਤੇ ਭਰੋਸਾ ਨਹੀਂ ਕਰ ਸਕਦੇ। ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਖੋਜਾਂ ਕਰਨ ਦੀਆਂ ਕਾਲਾਂ ਵੱਧ ਰਹੀਆਂ ਨੇ। ਰਿਹਾਇਸ਼ੀ ਸਕੂਲ ਪ੍ਰਣਾਲੀ ਨੇ ਲਗਭਗ 1,50,000 ਫਸਟ ਨੇਸ਼ਨਸ, ਇਨੂਇਟ ਤੇ ਮੈਟਿਸ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਵੱਖ ਕਰਕੇ ਆਪਣੇ ਹਾਲਾਤਾਂ ਤੱਕ ਸੀਮਿਤ ਕਰ ਦਿੱਤਾ, ਜਿਸ ਦੇ ਨਾਲ ਉਹਨਾਂ ਦੀ ਸੱਭਿਆਚਾਰਕ ਨਸਲਕੁਸ਼ੀ ਕੀਤੀ ਗਈ ਸੀ। ਉਧਰ ਟਰੁਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੀ ਫਾਈਨਲ ਰਿਪੋਰਟ ਦੇ ਮੁਤਾਬਕ ਅੰਦਾਜ਼ਾ ਹੈ ਕਿ 1890 ਤੇ 1996 ਦਰਮਿਆਨ 4100 ਤੋਂ 6000 ਬੱਚਿਆਂ ਦੀ ਮੌਤ ਅਬਿਊਜ਼ ਅਤੇ ਅਣਗਹਿਲੀ ਦੇ ਕਾਰਨ ਹੋਈ ਹੈ। ਹਾਲਾਂਕਿ ਮੂਲ ਵਾਸੀ ਤੇ ਸਰਵਾਈਵਰਸ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਇੱਕ ਮਹੱਤਵਪੂਰਨ ਅੰਦਾਜ਼ਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਆਫ ਕੈਨੇਡਾ ਟਾਈਮਲਾਈਨ ਚਾਹੁੰਦਾ ਹੈ ਕਿ ਕੈਨੇਡਾ ਅਮਰੀਕਾ ਬਾਰਡਰ ਜਿਹੜੇ ਨੇ ਉਹ ਕਦੋਂ ਖੁੱਲਣਗੇ, ਇਸ ਦੀ ਤਾਰੀਖ ਜਿਹੜੀ ਹੈ ਉਹ ਮੁਕਰਰ ਕਰ ਦਿੱਤੀ ਜਾਏ। ਐਸੋਸੀਏਸ਼ਨ ਦਾ ਇਹ ਕਹਿਣਾ ਹੈ ਕਿ ਕਾਰੋਬਾਰਾਂ ਨੂੰ ਚੱਲਦਾ ਰੱਖਣ ਲਈ ਬਾਰਡਰ ਖੋਲ੍ਹਣੇ ਬਹੁਤ ਹੁਣ ਜ਼ਰੂਰੀ ਹੋ ਚੁੱਕੇ ਨੇ। ਉਧਰ ਕੈਨੇਡਾ ਦੇ ਸੈਰ ਸਪਾਟਾ ਉਦਯੋਗ ਯਾਤਰਾ ਦੀਆਂ ਪਾਬੰਦੀਆਂ ਹਟਾਉਣ ਦੀ ਮਹੱਤਤਾ ਦੇ ਉੱਤੇ ਜ਼ੋਰ ਦੇ ਰਿਹਾ ਹੈ। ਦੇਸ਼ ਭਰ ਦੇ ਟੂਰਿਜ਼ਮ ਆਪਰੇਟਰਸ ਸੰਘੀ ਸਰਕਾਰ ਨੂੰ ਇਸ ਬਾਰੇ ਵਧੇਰੇ ਸਪਸ਼ਟੀਕਰਨ ਦੇਣ ਦੀ ਮੰਗ ਕਰ ਰਹੇ ਨੇ ਕਿ ਕੈਨੇਡਾ ਅਮਰੀਕਾ ਦੀ ਧਰਤੀ ਦੀ ਸਰਹੱਦ ਕਦੋਂ ਮੁੜ ਤੋਂ ਖੁੱਲੇਗੀ। ਇਸ ਚੇਤਾਵਨੀ ਦੇ ਨਾਲ ਕਿ ਬਹੁਤ ਸਾਰੇ ਕਾਰੋਬਾਰ ਬੰਦ ਹੋਣ ਦੇ ਜੋਖਮ ਦੇ ਵਿੱਚ ਨੇ। ਜਿਵੇਂ ਹੀ ਗਰਮੀਆਂ ਤੇਜ਼ੀ ਦੇ ਨਾਲ ਵਧ ਰਹੀਆਂ ਨੇ, ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਆਫ ਕੈਨੇਡਾ ਫੈਸਲਾ ਲੈਣ ਵਾਲਿਆਂ ਨੂੰ ਤੁਰੰਤ ਲੋੜੀਂਦੀ ਜ਼ਰੂਰਤ ਨੂੰ ਸਵੀਕਾਰ ਕਰਨ ਤੇ ਸਰਹੱਦ ਖੋਲ੍ਹਣ ਦੀ ਤਾਰੀਖ ਲਈ ਵਚਨਬੱਧ ਕਰਨ ਲਈ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਮਾਰਚ 2020 ਤੋਂ ਲੈ ਕੇ ਜ਼ਮੀਨੀ ਸਰਹੱਦ ਪਾਰ ਕਰਨ ਦੀ ਜ਼ਿਆਦਾਤਰ ਗੈਰ ਜ਼ਰੂਰੀ ਯਾਤਰਾ ਤੇ ਪਾਬੰਦੀ ਲੱਗੀ ਹੋਈ ਹੈ। ਜਦੋਂ ਕੋਵਿਡ-19 ਦੇ ਫੈਲਣ ਨੂੰ ਘੱਟ ਕਰਨ ਦੇ ਲਈ ਪਹਿਲਾਂ ਉਪਾਅ ਕੀਤੇ ਗਏ ਸਨ, ਉਦੋਂ ਤੋਂ ਸਰਹੱਦੀ ਪਾਬੰਦੀਆਂ ਮਹੀਨੇਵਾਰ ਆਧਾਰ ਤੇ ਵਧਾ ਦਿੱਤੀਆਂ ਗਈਆਂ ਨੇ। ਬੈਥ ਪੋਟਰ
TIAC ਦੇ ਪ੍ਰਧਾਨ ਤੇ CEO ਨੇ ਕਿਹਾ ਹੈ ਕਿ ਮੈਡੀਕਲ ਮਾਹਰ ਸਾਨੂੰ ਦੱਸ ਰਹੇ ਨੇ ਕਿ ਅਸੀਂ ਕੋਵਿਡ ਨਾਲ ਲੜਾਈ ਜਿੱਤ ਰਹੇ ਹਾਂ। ਟੀਕਾਕਰਨ ਵਧਣ ਤੇ ਕੇਸਾਂ ਦੀ ਗਿਣਤੀ ਘਟਣ ਦੇ ਨਾਲ ਸਾਨੂੰ ਹੁਣ ਹੋਰ ਅਗਾਂਹ ਵਧੂ ਸੋਚ ਵਾਲੀਆਂ ਨੀਤੀਆਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸਰਹੱਦ ਨੂੰ ਮੁੜ ਖੋਲ੍ਹਣ ਦੀ ਗੱਲ ਕਰਨੀ ਚਾਹੀਦੀ ਹੈ। TIAC ਦਾ ਕਹਿਣਾ ਹੈ ਕਿ ਕੋਵਿਡ-19 ਟੈਸਟਿੰਗ ਤੇ ਸਕਰੀਨਿੰਗ ਬਾਰੇ ਮਾਹਰ ਸਲਾਹਕਾਰ ਪੈਨਲ ਨੇ ਮੌਜੂਦਾ ਯਾਤਰਾ ਨੀਤੀ ਨੂੰ ਬਦਲਣ ਲਈ ਸੰਘੀ ਸਰਕਾਰ ਨੂੰ ਇੱਕ ਸ਼ਕਤੀਸ਼ਾਲੀ ਕੇਸ ਬਣਾਇਆ। ਹੋਟਲ ਕੁਆਰੰਟੀਨ ਨੂੰ ਖਤਮ ਕਰਨ ਸਮੇਤ ਕੈਨੇਡਾ ਨੂੰ ਅਜੇ ਵੀ ਦੇਸ਼ ਵਿੱਚ ਜਾਣ ਵਾਲੇ ਯਾਤਰੀਆਂ ਦੀ 14 ਦਿਨਾਂ ਦੀ ਕੁਆਰੰਟੀਨ ਦੇ ਹਿੱਸੇ ਵਜੋਂ ਇੱਕ ਸਰਕਾਰੀ ਪ੍ਰਵਾਨਿਤ ਹੋਟਲ ਦੇ ਵਿੱਚ 3 ਦਿਨਾਂ ਲਈ ਠਹਿਰਨ ਦੀ ਲੋੜ ਹੈ। ਹਾਲਾਂਕਿ ਯਾਤਰਾ ਦੀਆਂ ਪਾਬੰਦੀਆਂ ਨੂੰ ਸੰਭਾਵਿਤ ਰੂਪ ਦੇ ਵਿੱਚ ਆਸਾਨ ਬਣਾਉਣ ਬਾਰੇ ਵਿਚਾਰ ਵਟਾਂਦਰੇ ਹੋਏ ਹਨ। ਫੈਡਰਲ ਸਰਕਾਰ ਨੇ ਕੋਈ ਸੰਕੇਤ ਨਹੀਂ ਦਿੱਤਾ ਕਿ ਇਹਨਾਂ ਨੂੰ ਕਦੋਂ ਹਟਾਇਆ ਜਾਏਗਾ। ਹਾਲਾਂਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਮੰਨਿਆ ਹੈ ਕਿ ਕੈਨੇਡੀਅਨ ਇੱਕ ਵਾਰ ਯਾਤਰਾ ਕਰਨ ਦੇ ਲਈ ਕਿੰਨੇ ਉਤਾਵਲੇ ਨੇ। ਉਹਨਾਂ ਕਿਹਾ ਕਿ ਸਰਕਾਰ ਵਿਗਿਆਨ ਦੇ ਆਧਾਰ ਤੇ ਪਾਬੰਦੀਆਂ ਨੂੰ ਘਟਾਉਣ ਦੇ ਢੰਗਾਂ ਵੱਲ ਵੇਖ ਰਹੀ ਹੈ, ਜਿਸ ਵਿੱਚ 2 ਵੈਕਸੀਨ ਡੋਜ਼ਾਂ ਜ਼ਰੂਰੀ ਨੇ। ਪਰ ਇਹ ਬਹੁਤ ਸਪਸ਼ਟ ਹੈ ਕਿ ਇਹ ਖੁਰਾਕ ਨੇ ਸਾਨੂੰ ਕੈਨੇਡੀਅਨਾਂ ਨੂੰ ਸਾਡੇ ਜਨਤਕ ਸਿਹਤ ਪ੍ਰਣਾਲੀਆਂ ਦੇ ਵਿੱਚੋਂ ਬਹੁਤ ਸਾਰੇ ਦਬਾਅ ਹਟਾਉਣ ਲਈ ਮਹੱਤਵਪੂਰਨ ਤੌਰ ਤੇ ਸੁਰੱਖਿਅਤ ਕਰਨ ਦੀ ਆਗਿਆ ਦਿੱਤੀ ਹੈ। ਇਹ ਅਜੇ ਵੀ ਇੱਕ ਅਧੂਰੀ ਸੁਰੱਖਿਆ ਹੈ ਤੇ ਸਾਨੂੰ ਲੋਕਾਂ ਨੂੰ ਆਪਣੇ ਟੀਕੇ ਦੀਆਂ 2 ਖੁਰਾਕਾਂ ਪ੍ਰਾਪਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਹੀ ਪਾਬੰਦੀਆਂ ਨੂੰ ਸੌਖਾ ਕਰਨ ਦਾ ਕੰਮ ਕੈਨੇਡੀਅਨਾਂ ਦੇ ਉੱਤੇ ਕੇਂਦਰਿਤ ਕੀਤਾ ਜਾਏਗਾ ਜੋ ਪੂਰੀ ਤਰ੍ਹਾਂ ਵੈਕਸੀਨੇਟਿਡ ਹੈ। ਹਾਲਾਂਕਿ ਕੁਝ ਦਾ ਕਹਿਣਾ ਹੈ ਕਿ ਲੈਂਡ ਬਾਰਡਰ ਨੂੰ ਬੰਦ ਕਰਨਾ ਮਹਾਮਾਰੀ ਨੂੰ ਰੋਕਣ ਲਈ ਇੱਕ ਧੱਬਾ ਸੀ, ਪਰ ਤੱਥ ਇਹ ਹੈ ਕਿ ਲੋਕ ਬਿਨਾਂ ਕਿਸੇ ਰੁਕਾਵਟ ਦੇ ਛੁੱਟੀ ਲਈ ਅਮਰੀਕਾ ਜਾ ਰਹੇ ਨੇ, ਪਰ ਬਹੁਤ ਘੱਟ ਗਿਣਤੀ ਹੈ ਕਿ ਜ਼ਰੂਰੀ ਕਰਮਚਾਰੀ ਸਰਹੱਦ ਪਾਰ ਕਰ ਸਕਦੇ ਨੇ। ਇਹ ਗੱਲ ਕਦੇ ਸਮਝ ਨਹੀਂ ਆਈ। ਪੋਟਰ ਸਰਕਾਰ ਦੇ ਨਾਲ ਸਹਾਇਤਾ ਦੇ ਪ੍ਰੋਗਰਾਮਾਂ ਨੂੰ ਖਤਮ ਕਰਨ ਦੀ ਗੱਲ ਕਰਦੇ ਹੋਏ ਕਹਿੰਦਾ ਹੈ, ਜਿਸ ਨੇ ਸੈਰ ਸਪਾਟਾ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੋਇਆ ਤੇ ਦੇਸ਼ ਨੂੰ ਯਾਤਰਾ ਦੇ ਲਈ ਦੁਬਾਰਾ ਖੋਲ੍ਹਣ ਦੀ ਲੋੜ ਬਹੁਤ ਹੀ ਗੰਭੀਰ ਹੈ। BC ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ TIAC ਦੀਆਂ ਸਿਫਾਰਿਸ਼ਾਂ ਦਾ ਸਮਰਥਨ ਕਰਦੀ ਹੈ ਤੇ ਕਹਿੰਦੀ ਹੈ ਕਿ ਜ਼ਮੀਨ ਦੀ ਸਰਹੱਦ ਖੋਲ੍ਹਣ ਤੇ ਸਮੁੱਚੀ ਯਾਤਰਾ ਕਰਨ ਦੀ ਯੋਜਨਾ ਦੀ ਲੋੜ ਹੈ। CEO ਵਾਲਟ ਦਾ ਕਹਿਣਾ ਹੈ ਕਿ ਜੇ ਅਸੀਂ ਕੌਮਾਂਤਰੀ ਸਰਹੱਦਾਂ ਨੂੰ ਖੁੱਲ੍ਹਦੇ ਜਲਦੀ ਨਹੀਂ ਦੇਖਦੇ ਤਾਂ ਕਾਰੋਬਾਰਾਂ ਦੇ ਲਈ ਇਹ ਵਿਨਾਸ਼ਕਾਰੀ ਹੋਵੇਗਾ। ਉਹਨਾਂ ਕਿਹਾ ਲੈਂਡ ਬਾਰਡਰ ਬੰਦ ਕਰਨਾ ਖਾਸ ਕਰਕੇ BC ਲਈ ਮੁਸ਼ਕਿਲ ਰਿਹਾ। ਅਸੀਂ ਬੰਦ ਹੋਣ ਦਾ ਦੂਜਾ ਸਾਲ ਬਰਦਾਸ਼ਤ ਨਹੀਂ ਕਰ ਸਕਦੇ। ਇਹ ਬਹੁਤ ਜ਼ਰੂਰੀ ਹੈ ਕਿ ਸਰਹੱਦ ਨੂੰ ਜਲਦੀ ਤੋਂ ਜਲਦ ਕਿਵੇਂ ਖੋਲ੍ਹਣਾ ਹੈ, ਨਹੀਂ ਤਾਂ ਅਸੀਂ ਹੋਰ ਬਹੁਤ ਸਾਰੇ ਕਾਰੋਬਾਰ ਸੜਕ ਦੇ ਕਿਨਾਰੇ ਲਿਆਂਦੇ ਦੇਖਾਂਗੇ। ਉਹਨਾਂ ਕਿਹਾ ਕਿ ਉਹ ਵੇਖਣਾ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਆਪਣਾ ਫੈਸਲਾ ਕਿਸ ਆਧਾਰ ਤੇ ਰੱਖ ਰਹੀ ਹੈ, ਜਿਵੇਂ ਕਿ ਸਾਨੂੰ ਕਿਸ ਟੀਕਾਕਰਨ ਦੀ ਦਰ ਨੂੰ ਵੇਖਣ ਦੀ ਲੋੜ ਹੋਵੇਗੀ ਤਾਂ ਕਿ ਤੇਜ਼ੀ ਨਾਲ ਜਾਂਚ ਕਰਨਾ ਇੱਕ ਫੈਕਟਰ ਹੋਵੇਗਾ। BC ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਦੇ ਮੁਤਾਬਕ ਕੌਮਾਂਤਰੀ ਸੈਲਾਨੀ ਘਰੇਲੂ ਸੈਲਾਨੀਆਂ ਦੇ ਨਾਲੋਂ ਔਸਤਨ 3 ਤੋਂ 5 ਗੁਣਾ ਜ਼ਿਆਦਾ ਖਰਚ ਕਰਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਸਟਿਨ ਟਰੂਡੋ ਦਾ ਜਦਕਿ ਇਹ ਕਹਿਣਾ ਹੈ ਕਿ ਮਹਾਮਾਰੀ ਸੰਬੰਧੀ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੌਮਾਂਤਰੀ ਵਿਜ਼ਟਰਸ ਦੇ ਲਈ ਵੀ ਸ਼ਰਤਾਂ ਜਿਹੜੀਆਂ ਨਰਮ ਕਰਨ ਬਾਰੇ ਫੈਡਰਲ ਸਰਕਾਰ ਵਿਚਾਰ ਕਰ ਰਹੀ ਹੈ। ਇਹ ਸਭ ਪੜਾਅਵਾਰ ਜਿਹੜਾ ਕੀਤਾ ਜਾਏਗਾ ਤੇ ਗਲੋਬਲ ਪੱਧਰ ਦੇ ਉੱਤੇ ਕੋਵਿਡ-19 ਮਾਮਲਿਆਂ ਦਾ ਧਿਆਨ ਰੱਖ ਕੇ ਹੀ ਫੈਸਲੇ ਲਏ ਜਾਣਗੇ। ਫੈਡਰਲ ਸਰਕਾਰ ਨੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਗੈਰ ਜ਼ਰੂਰੀ ਟਰੈਵਲਰਸ ਦੇ ਕੈਨੇਡਾ ਆਉਣ ਦੇ ਉੱਤੇ ਜਿਹੜੀ ਹੈ ਰੋਕ ਲਗਾਈ ਹੋਈ ਹੈ। ਕੋਵਿਡ-19 ਦੇ ਕਈ ਵੇਰੀਐਂਟ ਕਾਰਨ ਸਰਕਾਰ ਨੇ ਭਾਰਤ ਤੇ UK ਤੋਂ ਸਿੱਧੀਆਂ ਉਡਾਨਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਹੋਈਆਂ ਨੇ। ਟਰੂਡੋ ਨੇ ਆਖਿਆ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਇੱਕ ਵਾਰੀ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਤੋਂ ਟਰੈਵਲਰਸ ਕੈਨੇਡਾ ਵਿਜ਼ਿਟ ਕਰਨਾ ਚਾਹਣਗੇ। ਅਜਿਹਾ ਇਸ ਲਈ ਵੀ ਹੋਵੇਗਾ ਕਿਉਂਕਿ ਇੱਥੇ ਵੈਕਸੀਨੇਸ਼ਨ ਦੀ ਦਰ ਹੋਰਨਾਂ ਦੇਸ਼ਾਂ ਤੋਂ ਵਧੀਆ ਹੈ ਤੇ ਕੋਵਿਡ-19 ਦੇ ਮਾਮਲੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕੇਸ ਜਿਹੜੇ ਨੇ ਉਹ ਘੱਟ ਨੇ। ਕੈਨੇਡਾ ਆਉਣ ਵਾਲੇ ਸ਼ਖਸ ਦਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ ਹੋਵੇਗਾ। ਟਰੂਡੋ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਇੱਕ ਕੋਵਿਡ-19 ਵੇਵ ਦਾ ਸਾਹਮਣਾ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦੇ। ਉਹਨਾਂ ਇਹ ਵੀ ਆਖਿਆ ਹੈ ਕਿ ਚੌਥੀ ਵੇਵ ਕਾਰੋਬਾਰਾਂ ਦੇ ਲਈ ਉਹਨਾਂ ਦੇ ਨਾਲ ਦੇਸ਼ ਦੇ ਹੌਸਲੇ ਲਈ ਵੀ ਜਿਹੜੀ ਹੈ ਉਹ ਤਬਾਹਕੁਨ ਹੋਵੇਗੀ। ਉਧਰ ਸੰਯੁਕਤ ਰਾਸ਼ਟਰ ਦੇ ਰੋਗ ਨਿਰੰਤਰਣ ਤੇ ਰੋਕਥਾਮ ਕੇਂਦਰ ਯਾਨੀ CDC ਨੇ ਓਲੰਪਿਕ ਤੋਂ ਬਿਲਕੁਲ ਪਹਿਲਾਂ ਜਾਪਾਨ ਸਮੇਤ 110 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ਦੇ ਲਈ ਯਾਤਰਾ ਦੀਆਂ ਸਿਫਾਰਸ਼ਾਂ ਨੂੰ ਸੌਖਾ ਕਰ ਦਿੱਤਾ ਹੈ। ਏਜੰਸੀ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ CDC ਦੀ ਨਵੀਂ ਰੇਟਿੰਗ ਸਭ ਤੋਂ ਪਹਿਲਾਂ ਰਾਇਟਰਸ ਦੁਆਰਾ ਰਿਪੋਰਟ ਕੀਤੀ ਗਈ ਸੀ ਤੇ ਸੋਮਵਾਰ ਨੂੰ CDC ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਦੇ ਵਿੱਚ 61 ਦੇਸ਼ਾਂ ਨੂੰ ਸ਼ਾਮਿਲ ਕਰਨਾ ਲਿਖਿਆ ਸੀ, ਜਿਸ ਦੀ ਉੱਚਤਮ ਪੱਧਰ ਜਿਹੜੀ ਹੈ ਉਹ 4 ਦਰਜੇ ਤੋਂ ਘਟਾ ਦਿੱਤੀ ਗਈ ਸੀ, ਜਿਸ ਨੇ ਪੂਰੀ ਯਾਤਰਾ ਦੀ ਸਿਫਾਰਿਸ਼ ਕਰਨ ਦੇ ਲਈ ਹਰ ਯਾਤਰਾ ਨੂੰ ਨਿਰਾਸ਼ ਕੀਤਾ ਸੀ। CDC ਦੇ ਇੱਕ ਬੁਲਾਰੇ ਨੇ ਹੁਣ ਦੱਸਿਆ ਹੈ ਕਿ ਹੋਰ 50 ਦੇਸ਼ਾਂ ਤੇ ਪ੍ਰਦੇਸ਼ਾਂ ਨੂੰ ਲੈਵਲ 2 ਤੇ ਲੈਵਲ 1 ਦੇ ਪੱਧਰ ਤੋਂ ਹੇਠਾਂ ਦਾ ਦਰਜਾ ਦਿੱਤਾ ਗਿਆ ਹੈ। ਕੋਵਿਡ-19 ਜੋਖਮਾਂ ਦੇ ਲਈ ਸਭ ਤੋਂ ਘੱਟ ਦਰਜਾ ਪ੍ਰਾਪਤ ਦੇਸ਼ਾਂ ਦੇ ਵਿੱਚ ਹੁਣ ਸਿੰਗਾਪੁਰ, ਇਜ਼ਰਾਈਲ, ਦੱਖਣੀ ਕੋਰੀਆ, ਆਇਰਲੈਂਡ, ਬੇਲਿਸ ਤੇ ਐਲਬੇਨੀਆ ਸ਼ਾਮਿਲ ਨੇ। ਹੁਣ ਲੈਵਲ 3 ਦੀ ਜੇ ਗੱਲ ਕੀਤੀ ਜਾਏ ਉਸ ਦੀ ਸੂਚੀਬੱਧ ਯੋਜਨਾ ਦੇ ਵਿੱਚ ਫਰਾਂਸ, ਇਕਵਾਡੋਰ, ਫਿਲੀਪੀਨਸ, ਸਾਊਥ ਅਫਰੀਕਾ,
कैनेडा, मैक्सीको, रशिया, स्पेन, स्विट्जरलैंड, तुर्की, यूक्रेन, हिंडर्स ते हंगरी ते इटली शामिल ने। संयुक्त राष्ट्र के विदेश विभाग के एक अधिकारी ने कहा है कि वह CDC तब्दीलियां नूं दर्शाउण दे लई अपनी यात्रा सलाहकार नूं सोधन की प्रक्रिया दे विच ने। मंगलवार सवेर तक विदेश विभाग ने 90 तो वध देशों ते प्रदेशों के अपनी रेटिंग घट जिहड़ी है वह कीती सी, जिस दे विच जापान भी शामिल सी। 24 मई नूं विदेश विभाग ने टोक्यो ओलंपिक्स 23 जुलाई तो शुरू होने तो पहला कोरोना वायरस के मामलों की एक नवीं लहर का हवाला दिंदे हुए जापान की यात्रा के विरुद्ध अपील की सी। उधर विदेश विभाग की चेतावनी ने चिंतावां नूं उभारिया है ते व्हाइट हाउस नूं इस गर्मियां दे विच टोक्यो दी खेडां करवाउण दी योजना दे लई अपने समर्थन की पुष्टि करन दे लई प्रेरित कीता है। फिलहाल विदेशी दर्शकों ते पाबंदी लगाई गई है ते प्रबंधकों तो इस महीने के आखिर दे विच घरेलू दर्शकों ते कोई फैसला लैण दी उम्मीद की जाती है। कैनेडा दे विच पैदल जा रहे मुस्लिम परिवार के 5 लोगों को एक व्यक्ति ने अपने वाहन नाल टक्कर मार दी। घटना दे विच परिवार के 4 मैंबरों की मौत हो गई तो एक दा हस्पताल दे विच इलाज चल रहा है। कैनेडा की पुलिस ने सोमवार को इस बारे दे विच दस्सिया है। कैनेडा के प्रधानमंत्री जस्टिन ट्रूडो ने हमले की निंदा की थी। दोष है कि वाहन चालक ने परिवारक मैंबरों यानी मुस्लिम परिवार होने कारण निशाना बनाया है। घटना एतवार शाम को वापरी सी। ओंटारियो दे विच पुलिस ने दस्सिया कि पीड़ितां दे विच 74 साल एक महिला, 46 साल पुरुष, 44 साल महिला ते 15 साल कुड़ी शामिल है। 9 साल का बच्चा गंभीर हालत दे विच हस्पताल च जिहड़ा ओ जेरे इलाज है। परिवार ने नाम जाहिर ना करन दी बेनती की है। इस संबंध विच दोषी नूं गिरफ्तार किया गया है ते उस ते 4 लोगों के कतल का मामला दर्ज किया गया है। कैनेडा दे विच मुस्लिम परिवार नाल होए इस दर्दनाक हादसे ने हर एक नूं सोचण लई मजबूर कर दिता है ते बुद्धिजीवी इस घटना नूं अलग-अलग तरीके नाल वेख रहे हैं। कैनेडियन एंटी हेट नेटवर्क की आगू जिहड़ी है उन्हां दा इह कहना है कि कोविड-19 महामारी कारण नस्ली नफरत दीआं घटनावां दे विच वाधा होया है। Like everyone who heard this horrific news, it's shock, dismay, sadly, thinking back to what happened on January 29th in Quebec City with the killing of 6 men in a place of worship. Imagining this particular family in London, Ontario, out for a Sunday night stroll, enjoying the evening, and to be targeted in this way, a grandmother, a mother, a father, and a young daughter killed so senselessly, while the young boy was said to survive now, having lost his family. My hands have been shaking for most of the day since I've heard this news, and it really just continues to boggle the mind as to how hatred in our society can lead to such utter devastation. Well, the sad reality, Evan, as you're pointing out, is no, it's not an isolated event. What is obviously, causing all of us to take a pause is the fact that 4 people are now dead. But in terms of violence against Canadian Muslims, incidents of vandalism, of harassment, unfortunately, there has been an ongoing, pattern of that type of activity in our country, just as we know that racism and discrimination against other groups as well has been on the rise right now, even in the middle of the pandemic. In fact, when we see the pandemic, it's almost sort of brought together a toxic brew, if you will, of conspiracy theorists who are looking at COVID and doing all of these rallies and trying to create a lot of distrust within populations, and the far right who are also latching on to those movements and pushing forward narratives of division that target various communities, whether it's Canadian Muslims, Asian Canadians, Jewish Canadians, and other communities, that we are just seeing this type of division manifesting itself online in particular and spilling over in these tragic outcomes in real life. Right. And so, the call has been from regulation on online hate as well. ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਦੱਸਿਆ ਹੈ ਕਿ ਗ੍ਰੇਟਰ ਟੋਰਾਂਟੋ ਤੇ ਹੈਮਿਲਟਨ ਖੇਤਰ ਦੇ ਲਈ ਇੱਕ ਕਦਮ ਅੱਗੇ ਵਧਾਉਂਦਿਆਂ ਪੜਾਅਵਾਰ ਰੀਓਪਨਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਐਲਾਨ ਜਿਹੜਾ ਪ੍ਰੀਮੀਅਰ ਫੋਰਡ ਦੇ ਵੱਲੋਂ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਹੈ ਕਿ ਇਹ ਰੀਓਪਨਿੰਗ ਦਾ ਸਿਰਫ ਪਹਿਲਾ ਪੜਾਅ ਹੈ। ਸਾਵਧਾਨੀਆਂ ਜਾਰੀ ਰਹਿਣਗੀਆਂ। ਨਾਲ ਹੀ ਉਹਨਾਂ ਸਿਟੀ ਦੇ ਅੰਦਰ ਵੈਕਸੀਨ ਰੋਲ ਆਊਟ ਪ੍ਰਕਿਰਿਆ ਦੇ ਬਾਰੇ ਜਾਣਕਾਰੀ ਦਿੱਤੀ। This afternoon with the mayors and chairs from the Greater Toronto and Hamilton area,
We were unanimous in welcoming both the move to step one of reopening this Friday, announced by Premier Ford and the provincial government, and the improved health and vaccination numbers which gave rise to that decision. Hopefully, the long, hard fight we had to go through to get to step one will remind us that this is only step one, and that continued caution, compliance with public health guidelines, and even more vaccinations will keep us moving forward. The mayors and chairs especially welcome the advance notice that has been given to assist businesses and people to get ready for the first stage of reopening. Here in Toronto, more than 2.3 million COVID-19 vaccine doses have now been administered by Team Toronto. We're working to make sure everyone has access to a first dose and gets that dose as soon as possible, and to make sure that everyone gets their second dose as soon as possible. I'm so proud to see the strong uptake we are seeing when it comes to different age groups, vaccinations, in fact, in all age groups. Getting vaccinated will help to bring this pandemic to an end and ensure that we can get back to all the things we treasure in our lives. So please get vaccinated. Get your first dose and get your second dose, and make sure your family and your friends do it too. If you need more information, you can use our VaxTO COVID-19 text line by texting the word vaccine to 1-833-750-0888. On the weekend, I heard from many people about second doses and their need for more information. We know from Dr. Davila that 700,000 people in our city alone are now eligible, as of 8 o'clock this morning, to book their second dose. Anyone 70 and older who had already received their first dose can now book their second dose. Anyone of any age who received their first dose before April 18th. ਫਿਲਹਾਲ ਬੁਲੇਟਿਨ ਦੇ ਅਖੀਰ ਦੇ ਵਿੱਚ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਕੁਝ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਇੱਕ ਤੇ ਸਾਡੇ ਸ਼ਹਿਰ ਦੇ ਮੇਅਰ ਡੌਨ ਆਈਵਸਨ ਹੋਰਾਂ ਨੇ ਜਿਹੜੀ ਗੱਲ ਆਖੀ ਹੈ ਜੀ ਕਿ ਹੋ ਸਕਦਾ ਆ ਜਿਹੜਾ ਮਾਸਕ ਵਾਲਾ ਬਾਈਲਾ ਆ ਉਹ ਹੋਰ ਲੰਬੀ ਦੇਰ ਤੱਕ ਚੱਲੇ। ਇਹ ਗੱਲ ਉਹਨਾਂ ਨੇ ਕਿਉਂ ਆਖੀ ਆ? ਕਿਉਂਕਿ ਇੱਕ ਖਤ ਜਿਹੜੀ ਨਾਰਥ ਜ਼ੋਨ ਦੇ ਮੈਡੀਕਲ ਐਸੋਸੀਏਸ਼ਨ ਆ, ਯਾਨੀ ਕਿ ਇੱਕ ਡਾਕਟਰਸ ਦਾ ਗਰੁੱਪ ਆ, ਜਿਨ੍ਹਾਂ ਨੇ ਇਹ ਖਤ ਲਿਖਿਆ ਹੈਗਾ ਜੀ। ਉਹਨਾਂ ਨੇ ਤਾਂ ਖੈਰ ਪ੍ਰੋਵਿੰਸ ਨੂੰ ਵੀ ਗੱਲਬਾਤ ਕਹੀ ਹੈ, ਨਾਲ ਦੀ ਨਾਲ ਉਹਨਾਂ ਨੇ ਐਡਮਿੰਟਨ ਸ਼ਹਿਰ ਦੇ ਮੇਅਰ ਡੌਨ ਆਈਵਸਨ ਔਰ ਨਾਹੀਦ ਨੈਂਸੀ ਜਿਹੜੇ ਕੈਲਗਰੀ ਦੇ ਮੇਅਰ ਨੇ ਉਹਨਾਂ ਨੂੰ ਵੀ ਲਿਖੀ ਹੈ। ਉਹਨਾਂ ਨੇ ਕਿਹਾ ਵੀ ਹਜੇ ਜਿਸ ਮਤਲਬ ਸਪੀਡ ਦੇ ਨਾਲ ਪ੍ਰੋਵਿੰਸ ਜਿਹੜੀਆਂ ਹੈਗੀਆਂ ਕੰਡੀਸ਼ਨਸ ਹਟਾਉਣੀਆਂ ਚਾਹੁੰਦੇ ਆ, ਉਹ ਉਨੀ ਤੇਜ਼ੀ ਦੇ ਨਾਲ ਨਹੀਂ ਹੋਣਾ ਚਾਹੀਦਾ, ਅਤੇ ਇਸ ਕਰਕੇ ਉਹਨਾਂ ਕਿਹਾ ਵੀ ਇਹ ਜਿਹੜੇ ਮਾਸਕ ਆ ਇਹ ਹਜੇ ਲਾਗੂ ਰਹਿਣੇ ਚਾਹੀਦੇ ਨੇ। ਕਾਰਨ ਇਹ ਦੱਸਿਆ ਜਾ ਰਿਹਾ ਉਸ ਐਸੋਸੀਏਸ਼ਨ ਵੱਲੋਂ, ਜਿਹੜੀ ਮੈਡੀਕਲ ਐਸੋਸੀਏਸ਼ਨ ਆ, ਕਿ ਜਿਹੜਾ ਇੰਡੀਆ ਤੋਂ ਵਾਇਰੈਂਟ, ਜਿਹਦਾ ਨਾਂ ਹੁਣ ਬਦਲ ਕੇ ਡੈਲਟਾ ਵਾਇਰੈਂਟ ਵੇਰੀਐਂਟ ਲਿਖਿਆ ਹੈ ਜੀ, ਉਹ ਕਹਿੰਦੇ ਵੀ ਜੇ ਕਿਸੇ ਵਿਅਕਤੀ ਦੇ ਇੱਕ ਟੀਕਾ ਲੱਗਾ ਹੈ ਨਾ ਵੈਕਸੀਨ ਦਾ, ਜੇ ਮਤਲਬ 100 ਬੰਦਿਆਂ ਦੇ ਲੱਗਾ ਤਾਂ ਉਹ 66 ਨੂੰ ਹੋਰਾਂ ਨੂੰ ਅਫੈਕਟ ਕਰ ਸਕਦਾ ਉਹਨਾਂ ਦੇ ਵਿੱਚੋਂ, ਯਾਨੀ ਕਿ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਸਕਦਾ। ਇਸ ਕਰਕੇ ਉਹ ਕਹਿੰਦੇ ਆ ਵੀ ਜਿਹੜਾ ਮਾਸਕ ਲਾਈ ਰੱਖਣਾ ਜ਼ਰੂਰੀ ਆ। ਸੋ ਡੌਨ ਆਈਵਸਨ ਹੋਰਾਂ ਨੇ ਕਿਹਾ ਵੀ ਅਸੀਂ ਉਹਦੇ ਹੱਕ ਵਿੱਚ ਆ। ਆਉਣ ਵਾਲੀ ਜਿਹੜੀ ਕਾਊਂਸਲ ਮੀਟਿੰਗ ਹੋਏਗੀ ਉਹਦੇ ਵਿੱਚ ਡਿਸਾਈਡ ਕੀਤਾ ਜਾਵੇਗਾ। ਔਰ ਇਸੇ ਤਰ੍ਹਾਂ ਹੀ ਕੈਲਗਰੀ ਦੇ ਮੇਅਰ ਜਿਹੜੇ ਨਾਹੀਦ ਨੈਂਸੀ ਆ, ਉਹਨਾਂ ਨੇ ਵੀ ਇਹ ਗੱਲ ਆਖੀ ਆ। ਉਹ ਕਹਿੰਦੇ ਵੀ ਐਵਰੀਥਿੰਗ ਇਜ਼ ਔਨ ਦਾ ਟੇਬਲ, ਬੜੇ ਸੀਰੀਅਸਲੀ ਉਹ ਸਾਰੀ ਗੱਲ ਨੂੰ ਸੋਚ ਵਿਚਾਰ ਕਰ ਰਿਹਾ, ਅਤੇ ਉਹ ਤੋਂ ਮਤਲਬ ਇਸ ਤਰ੍ਹਾਂ ਝੁਕਾਅ ਲੱਗਦਾ ਵੀ ਜਿਹੜਾ ਮਾਸਕ ਪਾਉਣਾ ਆ ਉਹ ਹਜੇ ਹੋਰ ਥੋੜ੍ਹੀ ਦੇਰ ਤੱਕ ਚੱਲੇਗਾ। ਉਹਦਾ ਨਾਲ ਇੱਕ ਕਾਰਨ ਇਹ ਵੀ ਹੈ ਜੀ ਵੀ ਪ੍ਰੋਵਿੰਸ ਨੇ ਵੀ ਉਹ ਪਿੱਛੇ ਜਿਹੇ ਗੱਲ ਆਖੀ ਸੀ। ਉਹ ਕਹਿੰਦੇ ਵੀ ਘੱਟੋ ਘੱਟ 70% ਜਿਹੜੀ ਪਾਪੂਲੇਸ਼ਨ ਆ ਉਹਨਾਂ ਦੇ ਇੱਕ ਟੀਕਾ ਜ਼ਰੂਰ ਲੱਗਾ ਹੋਣਾ ਚਾਹੀਦਾ 12 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਦੇ। ਹੁਣ ਉਹ ਹਜੇ 70% ਹੋਈ ਨਹੀਂ, ਔਰ ਗਾਹਾਂ ਜਿਹੜੇ ਦਿਨ ਆ ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਫੇਜ਼ 2 ਦੇ ਵਿੱਚ ਅਲਬਰਟਾ ਨੇ ਮੂਵ ਕਰਨਾ ਹੈਗਾ। ਉਹਦੇ ਲਈ ਜੇਸਨ ਕੈਨੀ ਹੋਰੀ ਕਹਿ ਰਿਹਾ ਵੀ ਕੋਈ 1 ਲੱਖ ਬੰਦੇ ਨੇ ਨੈਕਸਟ ਵੀਕ ਦੇ ਵਿੱਚ ਜਿਹੜਾ ਟੀਕੇ ਲਾਉਣ ਲਈ ਆਪਣੀ ਬੁਕਿੰਗ ਕਰਵਾਈ ਹੋਈ ਹੈ। ਸੋ ਜੇ ਉਹ ਲੋਕ ਪਹੁੰਚ ਜਾਂਦੇ 1,15,20,000 ਚਾਹੀਦੇ ਜੀ ਬੰਦੇ ਹੋਰ, ਅਤੇ ਫਿਰ
70% ਦੇ ਕਰੀਬ ਹੋ ਜਾਏਗਾ ਤੇ ਜਿਹੜੀਆਂ ਫਿਰ ਲੱਗੀਆਂ ਹੋਈਆਂ ਕੰਡੀਸ਼ਨਸ ਆ ਇਹ ਹਟਾ ਦਿੱਤੀਆਂ ਜਾਣਗੀਆਂ। ਹੁਣ ਜਿਹੜੀ ਪਹਿਲੀ ਕੰਡੀਸ਼ਨ ਫੇਜ਼ 2 ਲਈ ਹਟਾਉਣੀ ਆ ਉਹਦੇ ਇਸ ਆਉਂਦੇ ਵੀਰਵਾਰ ਨੂੰ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਜਿਹੜੇ 20 ਬੰਦੇ ਆ ਜੀ ਉਹ ਫਿਊਨਰਲ ਹੋਮ 'ਚ ਵੀ ਇਕੱਠੇ ਜਾ ਸਕਦੇ ਆ ਔਰ 20 ਵੈਡਿੰਗਸ 'ਤੇ ਵੀ ਜਾ ਸਕਦੇ ਨੇ। ਸੋ ਇਹ ਕੰਡੀਸ਼ਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਉਹਨਾਂ ਨੇ ਲਿਫਟ ਕਰ ਦੇਣੀਆਂ ਅਤੇ ਉਸ ਤੋਂ ਬਾਅਦ ਜੂਨ 28 ਨੂੰ ਜਿਹੜਾ ਹੈਗਾ ਉਹਦੇ 'ਤੇ ਸਾਰੇ ਦੀਆਂ ਸਾਰੀਆਂ ਹੀ ਕੰਡੀਸ਼ਨਸ ਚੱਕ ਦੇਣੀਆਂ ਬਸ਼ਰਤੇ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਦੱਸੀ ਹੈ ਵੀ ਜੇ ਪਾਪੂਲੇਸ਼ਨ ਜਿਹੜੀ ਆ ਉਹ ਘੱਟੋ ਘੱਟ ਇੱਕ ਟੀਕਾ ਜ਼ਰੂਰ ਲਵਾ ਲੈਂਦੀ ਆ। ਔਰ ਦੂਸਰੀ ਖਬਰ ਇਹ ਹੈਗੀ ਆ ਜੀ ਵੀ ਜਿਹੜਾ ਤੁਹਾਨੂੰ ਪਤਾ ਬਿਸ਼ਪ ਵਾਈਟਲ ਗ੍ਰੈਂਡਨ ਹੋਰਾਂ ਦੇ ਨਾਂ 'ਤੇ ਇੱਕ LRT ਦਾ ਸਟੇਸ਼ਨ ਇੱਥੇ ਹੈ ਉਹਦਾ ਨਾਂ ਰੱਖਿਆ ਹੋਇਆ। ਉਹ ਜਿਸ ਦਿਨ ਦੀਆਂ ਇਹ ਖਬਰਾਂ ਆਈਆਂ ਨੇ ਰੈਜ਼ੀਡੈਂਸ਼ੀਅਲ ਸਕੂਲ ਬਾਰੇ ਔਰ ਕੈਮਲੂਪਸ ਦੇ ਵਿੱਚ 215 ਬੱਚਿਆਂ ਦੇ ਜਿਹੜੇ ਪਿੰਜਰ ਪਾਏ ਗਏ ਨੇ ਉਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਜੀ ਵੀ ਇਹ ਨਾਂ ਬਦਲ ਦਿੱਤਾ ਜਾਵੇ ਉੱਥੋਂ। ਸੋ ਕੌਂਸਲ ਦੇ ਵਿੱਚ ਮਤਾ ਰੱਖਿਆ ਗਿਆ ਸੀ ਔਰ ਉਹ ਯੂਨੈਨੀਮਸਲੀ ਅਪਰੂਵ ਕਰ ਦਿੱਤਾ ਗਿਆ ਕਿ ਇਹ ਜਿਹੜਾ ਨਾਂ ਆ ਉਹ ਬਦਲ ਦਿੱਤਾ ਜਾਏ। ਜਿਹੜਾ ਉੱਥੇ ਮਿਊਰਲ ਲੱਗਾ ਹੋਇਆ ਸੀਗਾ ਰੈਜ਼ੀਡੈਂਸ਼ੀਅਲ ਸਕੂਲਸ ਦਾ ਉਹਦੇ ਉੱਤੇ ਜਿਹੜੇ ਆ ਔਰੰਜ ਕਲਰ ਦੇ ਪੈਨਲ ਲਾ ਦਿੱਤੇ ਗਏ ਨੇ। ਜਿਹੜਾ ਔਰੰਜ ਕਲਰ ਆ ਉਹ ਇੱਕ ਕਿਸਮ ਦਾ ਰੀਕਨਸੀਲੀਏਸ਼ਨ ਵਾਲਾ ਰੰਗ ਡਿਸਾਈਡ ਕੀਤਾ ਗਿਆ ਹੈ ਜੀ ਇੰਡੀਜਨਸ ਗਰੁੱਪਸ ਵੱਲੋਂ। ਸੋ ਉਹ ਉਹਦੇ 'ਤੇ ਪੈਨਲ ਲਾ ਦਿੱਤੇ ਗਏ ਨੇ ਔਰ ਇੱਕ ਨਵੀਂ ਗਾਂ ਕਮੇਟੀ ਬਣਾ ਦਿੱਤੀ ਗਈ ਆ। ਵੱਖਰੇ ਵੱਖਰੇ ਗਰੁੱਪ ਨੇ ਉਹਦੇ ਵਿੱਚ ਜਿਨ੍ਹਾਂ ਤੋਂ ਇਹ ਪੁੱਛਿਆ ਜਾਏਗਾ ਕਿ ਗਾਂ ਨੂੰ ਜਿਹੜਾ ਨਾਂ ਆ ਉਹ ਕਿਹੜਾ ਰੱਖਿਆ ਜਾ ਸਕੇ ਜਿਹੜਾ ਰੀਕਨਸੀਲੀਏਸ਼ਨ ਲਈ ਲੋਕਾਂ ਨੂੰ ਸਹਾਇਤਾ ਕਰਦਾ ਹੈ। ਔਰ ਤੀਸਰੀ ਖਬਰ ਆ ਸਾਡੇ ਸ਼ਹਿਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਚਰਚ ਗ੍ਰੇਸਲੈਂਡ ਚਰਚ ਸੀਗਾ ਜਿਹਦੇ 'ਤੇ ਜਿਹੜਾ ਪਾਸਟਰ ਸੀ ਉਹਨੂੰ ਚਾਰਜ ਕਰ ਲਿਆ ਗਿਆ ਸੀਗਾ। ਉਹਦੇ ਵਿੱਚ ਕਹਾਣੀ ਇਹ ਹੋਈ ਸੀ ਵੀ ਉਹਨਾਂ ਨੇ ਉਲੰਘਣਾ ਕੀਤੀ ਸੀ ਜਿਹੜੇ ਹੈਲਥ ਰੂਲ ਸੀਗੇ ਐਲਬਰਟਾ ਹੈਲਥ ਦੇ। ਸੋ ਜਦੋਂ ਉਹਨਾਂ 'ਤੇ ਕੇਸ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਦਸੰਬਰ 20 'ਚ ਅਤੇ ਉਹਨਾਂ ਨੇ ਚਾਰਟਰ ਦੇ ਥੱਲੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਸੀ ਵੀ ਉਹਨਾਂ ਦੇ ਰਾਈਟਸ ਦੀ ਉਲੰਘਣਾ ਹੋਈ ਆ। ਪਰ ਕੱਲ੍ਹ ਉਹਦਾ ਜੱਜ ਸਾਹਿਬ ਨੇ ਫੈਸਲਾ ਦਿੱਤਾ ਜੀ ਉਹ ਕਹਿੰਦੇ ਵੀ ਤੁਹਾਡੇ ਰਾਈਟਸ ਦੀ ਕੋਈ ਵੀ ਉਲੰਘਣਾ ਜਿਹੜੀ ਆ ਨਹੀਂ ਹੋਈ। ਸੋ ਉਹ ਜਿਹੜਾ ਕੇਸ ਸੀਗਾ ਉਹ ਡਿਸਮਿਸ ਕਰ ਦਿੱਤਾ ਗਿਆ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।